ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਚੰਗੇ ਦਿਨ ਦੇ ਲਈ, ਅੱਜ ਦੇ ਚੰਗੇ ਸਮੇਂ ਦੇ ਲਈ। ਤੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ। ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ, ਅਸੀਂ ਧਰਤੀ ਉੱਤੇ ਰਹਿੰਦੇ ਹੋਏ, ਅਸੀਂ ਬਹੁਤ ਸਾਰੇ ਲੋਕਾਂ ਦੀ ਸਲਾਹ ਦੇ ਨਾਲ ਅਸੀਂ ਚੱਲਦੇ ਹਾਂ। ਤੇ ਬਹੁਤ ਸਾਰੇ ਆਪਣੇ ਰਿਸ਼ਤੇਦਾਰਾਂ ਤੋਂ, ਆਪਣੇ ਭੈਣ ਭਰਾਵਾਂ ਤੋਂ, ਆਪਣੇ ਮਾਤਾ ਪਿਤਾ ਤੋਂ, ਜਾਂ ਆਪਣੇ ਦੋਸਤ ਤੋਂ, ਆਪਣੇ ਕਿਸੇ ਅੱਛੇ ਫਰੈਂਡ ਤੋਂ ਅਸੀਂ ਸਲਾਹ ਲੈਂਦੇ ਹਾਂ। ਤੇ ਦੁਨੀਆ ਉਹਨਾਂ ਦੀ ਸਲਾਹ ਦੇ ਨਾਲ ਚੱਲਦੇ ਹਾਂ। ਤੇ ਦੁਨੀਆ ਦੇ ਵਿੱਚ ਅੱਜ ਕੱਲ੍ਹ ਕੌਂਸਲਰ, ਸ਼ਹਿਰਾਂ ਦੇ ਵਿੱਚ ਕੌਂਸਲਰ ਹੁੰਦੇ ਆ ਕਿ ਅਸੀਂ ਉਹਨਾਂ ਕੌਂਸਲਰ ਦੇ ਦੁਆਰਾ, ਉਹਨਾਂ ਦੀ ਸਲਾਹ ਦੇ ਦੁਆਰਾ ਜੋ ਸਾਨੂੰ ਸਲਾਹ ਦਿੰਦੇ ਆ, ਤੇ ਅਸੀਂ ਉਹਨਾਂ ਦੇ ਦੁਆਰਾ ਸਲਾਹ ਦੇ ਦੁਆਰਾ ਚੱਲਦੇ ਹਾਂ। ਅੱਜ ਕੱਲ੍ਹ ਚਾਹੇ ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਹੈ, ਘਰ ਦੇ ਵਿੱਚ ਕੋਈ ਆਪਣਾ ਵਰਕ ਕਰਦਾ ਹੈ, ਤੇ ਉਹ ਵੀ ਸਲਾਹ ਲੈਂਦਾ ਤੇ ਉਸ ਸਲਾਹ ਦੇ ਅਨੁਸਾਰ ਚੱਲਦਾ ਆ। ਹਾਲੇਲੂਇਆ। ਤੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੀ ਦੇਖਣਾ ਹੈ ਕਿ ਅਸੀਂ ਕੀ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲ ਰਹੇ ਹਾਂ ਕਿ ਨਹੀਂ। ਕਿ ਅਸੀਂ ਜਿਹੜਾ ਆਪਣਾ ਜੀਵਨ ਹੈ ਕਿ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲਦੇ ਹਾਂ, ਕਿ ਅਸੀਂ ਪਰਮੇਸ਼ਰ ਤੋਂ ਕੋਈ ਵੀ ਕੰਮ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਕਰਦੇ ਹਾਂ, ਪਰਮੇਸ਼ਰ ਤੋਂ ਸਲਾਹ ਲੈਂਦੇ ਹਾਂ ਜਾਂ ਨਹੀਂ ਲੈਂਦੇ। ਅੱਜ ਅਸੀਂ ਉਹ ਵਚਨ ਦੇ ਵਿੱਚੋਂ ਦੇਖਾਂਗੇ ਜਿਨ੍ਹਾਂ ਨੇ ਪਰਮੇਸ਼ਰ ਤੋਂ ਸਲਾਹ ਲਈ ਉਹ ਕਾਮਯਾਬ ਹੋਏ, ਜਿਨ੍ਹਾਂ ਨੇ ਨਹੀਂ ਲਈ ਤੇ ਉਹ ਕਿਸ ਤਰ੍ਹਾਂ ਅਸਫਲ ਹੋਏ ਤੇ ਉਹਨਾਂ ਦਾ ਕਿਸ ਤਰ੍ਹਾਂ ਨੁਕਸਾਨ ਹੋ ਰਿਹਾ। ਕਿ ਅਸੀਂ ਵੀ ਤਾਂ ਉਹੀ ਕੰਮ ਤਾਂ ਨਹੀਂ ਕਰ ਰਹੇ ਜਿਹੜੇ ਜਿਹੜੇ ਲੋਕ ਜਿਨ੍ਹਾਂ ਨੇ ਪਰਮੇਸ਼ਰ ਦੀ ਸਲਾਹ ਨਹੀਂ ਲਈ ਹੈਗੀ। ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚੋਂ ਦਾਊਦ ਦੇ ਬਾਰੇ ਦੇਖਦੇ ਹਾਂ। ਜਦੋਂ ਪਹਿਲਾ ਸ਼ੈਮੂਏਲ ਉਸ ਦਾ 30ਵਾਂ ਅਧਿਆਇ ਪੜ੍ਹਦੇ ਹਾਂ, ਉੱਥੇ ਲਿਖਿਆ ਵਾ ਜਦੋਂ ਆਕੀਸ਼ ਜਿਹੜਾ ਰਾਜਾ ਸੀਗਾ, ਤਾਂ ਉਹਨੇ ਕੀ ਕੀਤਾ, ਦਾਊਦ ਨੂੰ ਆਪਣੇ ਨਗਰ ਜਾਣ ਨੂੰ ਕਿਹਾ, ਕਿ ਉਸਨੇ ਦਾਊਦ ਨੂੰ ਕਿਹਾ ਕਿ ਤੂੰ ਸਾਡੇ ਨਾਲ ਯੁੱਧ ਦੇ ਵਿੱਚ ਨਹੀਂ ਜਾ ਸਕਦਾ ਤੇ ਤੂੰ ਆਪਣੇ ਨਗਰ ਨੂੰ ਚਲਾ ਜਾ। ਤਾਂ ਕੀ ਹੋਇਆ, ਜਦੋਂ ਜਿਹੜਾ ਦਾਊਦ ਸੀਗਾ ਤੇ ਉਹ ਕੀਸ਼ ਤੋਂ ਆਕੀਸ਼ ਰਾਜਾ ਨੇ ਜਦੋਂ ਉਹਨੂੰ ਘੱਲ ਦਿੱਤਾ, ਤਾਂ ਕੀ ਕੀ ਕੀਤਾ ਉਹਨੇ 30:1 ਦੇ ਵਿੱਚ ਲਿਖਿਆ ਵਾ ਕਿ ਜਦੋਂ ਦਾਊਦ ਆਪਣੇ ਆਦਮੀਆਂ ਨਾਲ ਤੀਜੇ ਦਿਨ ਸਿਕਲੰਗ ਵਿੱਚ ਪਹੁੰਚਿਆ, ਮਤਲਬ ਉਹ ਆਪਣੇ ਨਗਰ ਦੇ ਵਿੱਚ ਸਿਕਲੰਗ ਦੇ ਵਿੱਚ ਪਹੁੰਚਿਆ, ਤਾਂ ਅਮਲੇਕੀ ਲੋਕਾਂ ਨੇ ਦੱਖਣ ਵੱਲੋਂ ਸਿੰਗਲਾਂਗ ਉੱਤੇ ਚੜ੍ਹਾਈ ਕਰਕੇ ਸਿਕਲਾਂਗ ਨੂੰ ਅੱਗ ਦੇ ਨਾਲ ਨਾਸ਼ ਕਰ ਦਿੱਤਾ ਸੀ। ਅਮਲੇਕੀ ਸਿਕਲਾਂਗ ਵਿਚਲੇ ਸਭ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਸਨ। ਹਾਲੇਲੂਇਆ। ਜਦੋਂ ਦਾਊਦ ਆਪਣੇ ਨਗਰ ਸਿਕਲਾਂਗ ਦੇ ਵਿੱਚ ਆਇਆ ਤਾਂ ਉੱਥੇ ਘਟਨਾ ਹੋਈ। ਜਦੋਂ ਉਹ ਆਪਣੇ ਨਗਰ ਦੇ ਵਿੱਚ ਆਇਆ, ਦੇਖਦਾ ਕੀ ਪਿਆ ਕਿ ਜਿਹੜਾ ਮੇਰਾ ਨਗਰ ਹੈ ਉਹ ਨਾਸ਼ ਹੋ ਚੁੱਕਾ ਆ। ਤੇ ਅਮਲੇਕੀ ਲੋਕਾਂ ਨੇ ਕੀ ਕੀਤਾ ਸੀਗਾ ਕਿ ਉਸ ਨਗਰ ਨੂੰ ਨਾਸ਼ ਕਰ ਦਿੱਤਾ ਸੀ, ਅੱਗ ਦੇ ਨਾਲ ਸਾੜ ਦਿੱਤਾ ਸੀਗਾ। ਤੇ ਦਾਊਦ ਦੀਆਂ ਪਤਨੀਆਂ, ਦਾਊਦ ਦੇ ਬੱਚੇ, ਦੇ ਜਿੰਨੇ ਵੀ ਦਾਊਦ ਦੇ ਸਾਥੀ ਸੀਗੇ, ਉਹਨਾਂ ਦੀਆਂ ਪਤਨੀਆਂ ਤੇ ਬੱਚੇ, ਜਿੰਨਾ ਵੀ ਧਨ ਮਾਲ ਪਸ਼ੂ, ਸਾਰੇ ਉਹ ਬੰਦੀ ਦੇ ਵਿੱਚ ਜਾ ਚੁੱਕੇ ਸੀਗੇ। ਜਿਹੜੇ ਅਮਲੇਕੀ ਲੋਕ ਸੀਗੇ ਉਹਨਾਂ ਨੇ ਕੀ ਕੀਤਾ, ਦੱਖਣ ਉੱਤੇ ਚੜ੍ਹਾਈ ਕਰਕੇ ਸਿਕਲਾਂਗ ਉੱਤੇ ਚੜ੍ਹਾਈ ਕਰਕੇ ਕੀ ਕੀਤਾ, ਸਿਕਲਾਂਗ ਨੂੰ ਅੱਗ ਦੇ ਨਾਲ ਨਾਸ਼ ਕਰ ਦਿੱਤਾ ਸੀਗਾ। ਜਦੋਂ ਦਾਊਦ ਆਪਣੇ ਨਗਰ ਦੇ ਵਿੱਚ ਆਇਆ, ਦੇਖਦਾ ਹੈ ਕਿ ਉਹਦੇ ਸਾਥੀ ਦੇਖਦੇ ਆ ਕਿ ਸਾਡਾ ਸਾਰਾ ਕੁਝ ਤਬਾਹ ਹੋ ਚੁੱਕਾ ਹੈ, ਸਾਡੇ ਬੱਚੇ ਬੰਦੀ ਕੈਦ ਦੇ ਵਿੱਚ ਜਾ ਚੁੱਕੇ ਆ। ਤੇ ਅਮਲੇਕੀ ਲੋਕ ਉਹਨਾਂ ਨੂੰ ਆਪਣੇ ਨਾਲ ਲੈ ਗਏ ਸੀਗੇ, ਉਹਨਾਂ ਦੇ ਪਤਨੀਆਂ ਨੂੰ, ਬੱਚਿਆਂ ਨੂੰ, ਉਹਨਾਂ ਦੇ ਪਸ਼ੂਆਂ ਨੂੰ, ਤੇ ਸਾਰਾ ਸੋਨਾ ਚਾਂਦੀ ਜੋ ਵੀ ਧਨ ਮਾਲ ਸੀਗਾ ਸਾਰਾ ਅਮਲੇਕੀ ਲੋਕ ਲੁੱਟ ਕੇ ਲੈ ਜਾ ਚੁੱਕੇ ਸੀਗੇ। ਤਾਂ ਕੀ ਹੋਇਆ, ਤੇ ਜਿਹੜੇ ਜਿਹੜੇ ਦਾਊਦ ਦੇ ਸਾਥੀ ਸੀਗੇ ਉਹ ਦਾਊਦ ਉੱਤੇ ਕੁੜਕੁੜਾਉਣ ਲੱਗੇ। ਉਹ ਦਾਊਦ ਨੂੰ ਪਥਰਾਵ ਕਰਨਾ ਚਾਹੁੰਦੇ ਸੀਗੇ, ਦਾਊਦ ਨੂੰ ਮਾਰਨਾ ਚਾਹੁੰਦੇ ਸੀਗੇ। ਪਰ ਦਾਊਦ ਨੇ ਕੀ ਕੀਤਾ, ਤਾਂ ਦਾਊਦ ਨੇ ਕੀ ਕੀਤਾ, ਜਦ ਦੇਖਿਆ ਕਿ ਸਾਰਾ ਕੁਝ ਤਬਾਹ ਹੋ ਚੁੱਕਾ ਆ, ਕਿ ਮੇਰੀਆਂ ਦੋਨੋਂ ਪਤਨੀਆਂ, ਮੇਰੇ ਬੱਚੇ, ਮੇਰੇ ਜਿੰਨੇ ਵੀ ਸਾਥੀ ਆ ਉਹਨਾਂ ਦੀਆਂ ਪਤਨੀਆਂ, ਬੱਚੇ, ਧੀਆਂ, ਪੁੱਤਰ, ਸਾਰਾ ਕੁਝ ਬੰਦੀ ਬਣਾਇਆ ਗਿਆ, ਸਾਰਾ ਕੁਝ ਨਾਸ਼ ਹੋ ਚੁੱਕਾ ਆ। ਤਾਂ ਉਹਨੇ ਕੀ ਕੀਤਾ, ਉੱਥੇ ਪੜਾਂਗੇ ਅਸੀਂ ਇਸ ਦੀ ਪਹਿਲਾ ਸ਼ੈਮੂਏਲ ਉਹਦਾ 30ਵਾਂ ਅਧਿਆਇ ਉਸ ਦੀ 1 ਤੋਂ ਲੈ ਕੇ ਪੜਾਂਗੇ। ਤਾਂ ਕੀ ਹੋਇਆ, ਅਮਲੇਕੀ ਸਿਕਲੰਗ ਵਿਚਲੇ ਸਭ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਸਨ। ਉਹਨਾਂ ਨੇ ਕਿਸੇ ਨੂੰ ਵੀ ਕਤਲ ਨਹੀਂ ਕੀਤਾ ਸੀ। ਇਸ ਲਈ ਜਦੋਂ ਦਾਊਦ ਅਤੇ ਉਸ ਦੇ ਆਦਮੀ ਸਿਕਲੰਗ ਵਿੱਚ ਪਹੁੰਚੇ ਤਾਂ ਉਹਨਾਂ ਨੇ ਨਗਰ ਨੂੰ ਅੱਗ ਨਾਲ ਭਸਮ ਹੋਇਆ ਦੇਖਿਆ ਅਤੇ ਆਪਣੀਆਂ ਸਭ ਔਰਤਾਂ, ਧੀਆਂ ਅਤੇ ਪੁੱਤਰਾਂ ਨੂੰ ਬੰਦੀ ਪਾਇਆ ਗਿਆ। ਤਦ ਦਾਊਦ ਅਤੇ ਉਸਦੇ ਆਦਮੀਆਂ ਨੇ ਧਾਹਾਂ ਮਾਰ ਕੇ ਰੋਣਾ ਸ਼ੁਰੂ ਕੀਤਾ ਅਤੇ ਉਹ ਉਸ ਸਮੇਂ ਤੱਕ ਰੋਂਦੇ ਰਹੇ ਜਦੋਂ ਤੱਕ ਉਹ ਥੱਕ ਨਾ ਗਏ। ਦਾਊਦ ਤੇ ਉਸਦੇ ਸਾਥੀ ਰੋਣ ਲੱਗੇ, ਸ਼ੋਕ ਕਰਨ ਲੱਗੇ ਕਿ ਜਿਹੜਾ ਸਾਡਾ ਸਾਰਾ ਕੁਝ, ਧੀਆਂ, ਬੱਚੇ, ਮਤਲਬ ਸਾਰਾ ਕੁਝ ਬੰਦੀ ਬਣਾਇਆ ਗਿਆ ਆ। ਤਾਂ ਕੀ ਹੋਇਆ, ਉੱਥੇ ਉਹ
ਰੋਣ ਅੱਗੇ ਪਰਮੇਸ਼ਰ ਦੇ ਅੱਗੇ। ਤਾਂ ਕੀ ਹੋਇਆ, ਦਾਊਦ ਦੀਆਂ ਦੋਵੇਂ ਪਤਨੀਆਂ ਜਜਰਾਇਲ ਅਤੇ ਅਹੀਬਿਨੋਰ ਅਤੇ ਕਰਮਲੀ ਅਬੀਗੇਲ ਦੀ ਬੰਦੀ ਬਣਾਈ ਗਈ ਸਨ। ਇਹ ਭਿਆਨਕ ਘਟਨਾ ਕਾਰਨ ਦਾਊਦ ਉੱਤੇ ਬਹੁਤ ਵੱਡੀ ਵਿਪਤਾ ਆ ਗਈ ਸੀ। ਇਹ ਜਿਹੜੀ ਘਟਨਾ ਸੀਗੀ, ਇਸ ਘਟਨਾ ਦੇ ਕਾਰਨ ਦਾਊਦ ਉੱਤੇ ਬਹੁਤ ਸਾਰੀ ਮੁਸੀਬਤ ਆ ਗਈ ਸੀਗੀ। ਤਾਂ ਕੀ ਹੋਇਆ ਉੱਥੇ ਜਦੋਂ ਇਸ ਘਟਨਾ ਦੇ ਕਾਰਨ ਦਾਊਦ ਉੱਤੇ ਮੁਸੀਬਤ ਆ ਗਈ ਸੀਗੀ ਤੇ ਉਸਦੇ ਸਭ ਆਦਮੀ, ਔਰਤਾਂ ਅਤੇ ਧੀਆਂ ਅਤੇ ਪੁੱਤਰ ਖੋਏ ਜਾਣ ਕਾਰਨ ਦਾਊਦ ਨੂੰ ਪਥਰਾਵ ਕਰਨਾ ਚਾਹੁੰਦੇ ਸੀ। ਜਿੰਨੇ ਵੀ ਉਹਦੇ ਸਾਥੀ ਸੀਗੇ ਉਹ ਦਾਊਦ ਦੇ ਨਾਲ ਜਿਹੜੇ ਆਏ ਸੀਗੇ ਉਹ ਪਥਰਾਵ ਕਰਨਾ ਚਾਹੁੰਦੇ ਸੀਗੇ, ਦਾਊਦ ਨੂੰ ਮਾਰ ਦੇਣਾ ਚਾਹੁੰਦੇ ਸੀਗੇ। ਪਰ ਕੀ ਹੋਇਆ, ਪਰਮੇਸ਼ਰ ਨੇ ਦਾਊਦ ਨੂੰ ਹਿੰਮਤ ਦਿੱਤੀ, ਹੌਸਲਾ ਦਿੱਤਾ। ਉਸਨੇ ਅਬੀਮੇਲਕ ਦੇ ਪੁੱਤਰ ਦਾਊਦ ਨੇ ਕੀ ਕੀਤਾ, ਅਬੀਮੇਲਕ ਦੇ ਪੁੱਤਰ ਪੁਰੋਹਿਤ ਅਬਜਾਥਾਰ ਨੂੰ ਕਿਹਾ, ਤੂੰ ਇਫੋਦ ਲੈ ਕੇ ਮੇਰੇ ਕੋਲ ਆ। ਦਾਊਦ ਦੇ ਕਹੇ ਅਨੁਸਾਰ ਇਫੋਦ ਨੂੰ ਦਾਊਦ ਕੋਲ ਲੈ ਆਇਆ। ਜਦੋਂ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਅਫੋਦ ਦਾ ਮਤਲਬ ਹੈਗਾ ਆ ਕਿ ਇਹੋ ਜਿਹਾ ਵਸਤਰ ਜੋ ਪਹਿਨ ਕੇ ਅਸੀਂ ਪਰਮੇਸ਼ਰ ਦੇ ਸਾਹਮਣੇ ਜਾਂਦੇ ਸੀਗੇ। ਜਿਸ ਤਰ੍ਹਾਂ ਪੁਰਾਣੇ ਨਿਯਮ ਦੇ ਵਿੱਚ ਜਿਹੜੇ ਜਾਜਕ ਲੋਕ ਹੁੰਦੇ ਸੀਗੇ ਉਹਨਾਂ ਦੀਆਂ ਵਰਦੀਆਂ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਅੱਜ ਪਾਸਟਰ ਗਾਊਨ ਸਫੇਦ ਜਿਹਾ ਅਸੀਂ ਗਾਊਨ ਪਾਉਂਦੇ ਹਾਂ, ਇਸ ਤਰ੍ਹਾਂ ਪੁਰਾਣੇ ਨਿਯਮ ਦੇ ਵਿੱਚ ਉਸ ਨੂੰ ਅਫੋਦ ਕਿਹਾ ਗਿਆ, ਮਤਲਬ ਵਸਤਰ ਪਾ ਕੇ ਪਰਮੇਸ਼ਰ ਦੇ ਸਾਹਮਣੇ ਆਇਆ। ਤਾਂ ਕੀ ਹੋਇਆ, ਸੋ ਦਾਊਦ ਨੇ ਪ੍ਰਭੂ ਤੋਂ ਪੁੱਛਿਆ। ਦੇਖੋ ਪਰਮੇਸ਼ਰ ਦਾਊਦ ਕੀ ਕਰਨ ਲੱਗਾ, ਪਰਮੇਸ਼ਰ ਤੋਂ ਪੁੱਛਣ ਲੱਗਾ। ਅੱਜ ਇਨਸਾਨ ਪਰਮੇਸ਼ਰ ਤੋਂ ਪੁੱਛਦਾ ਨਹੀਂ ਹੈਗਾ, ਪਰ ਦਾਊਦ ਦੇ ਉੱਤੇ ਜਦੋਂ ਮੁਸੀਬਤ ਆਈ ਤਾਂ ਕੀ ਕਰਨ ਲੱਗਾ, ਉਹ ਪਰਮੇਸ਼ਰ ਤੋਂ ਪੁੱਛਣ ਲੱਗਾ। ਜਦੋਂ ਉਹਨੇ ਦੇਖਿਆ ਕਿ ਮੇਰੇ ਜਿਹੜੇ ਪਤਨੀ, ਮੇਰੇ ਬੱਚੇ, ਮੇਰੇ ਜਿੰਨੇ ਵੀ ਸਾਥੀ ਆ ਨਾਲ ਦੇ, ਉਹਨਾਂ ਦਾ ਸਾਰਾ ਕੁਝ ਧਨ ਮਾਲ, ਜਾਨਵਰ ਤੱਕ ਜਿਹੜੇ ਅਮਲੇਕੀ ਲੋਕ ਲੈ ਗਏ ਆ, ਤਾਂ ਪਰਮੇਸ਼ਰ ਦੇ ਕੋਲੋਂ ਦਾਊਦ ਪੁੱਛਣ ਲੱਗਾ। ਅੱਜ ਵਿਸ਼ਵਾਸੀ ਲੋਕ ਪਰਮੇਸ਼ਰ ਤੋਂ ਨਹੀਂ ਪੁੱਛਦੇ ਹੈਗੇ। ਦੇਖੋ ਦਾਊਦ ਪੁੱਛਣ ਲੱਗਾ, ਜਦੋਂ ਪਰਮੇਸ਼ਰ ਕੋਲੋਂ ਦਾਊਦ ਨੇ ਪੁੱਛਿਆ ਤਾਂ ਕੀ ਹੋਇਆ, ਸੋ ਦਾਊਦ ਨੇ ਪ੍ਰਭੂ ਤੋਂ ਪੁੱਛਿਆ ਕਿ ਮੈਂ ਇਹਨਾਂ ਲੁਟੇਰਿਆਂ ਦੇ ਪਿੱਛੇ ਜਾਵਾਂ। ਉਹ ਪੁੱਛਣ ਲੱਗਾ, ਪ੍ਰਭੂ ਜੀ ਪ੍ਰਾਰਥਨਾ ਕਰਨ ਲੱਗਾ ਕਿ ਪ੍ਰਭੂ ਪੁੱਛਣ ਲੱਗਾ ਪਰਮੇਸ਼ਰ ਤੋਂ, ਪਰਮੇਸ਼ਰ ਕੀ ਮੈਂ ਇਹਨਾਂ ਲੁਟੇਰਿਆਂ ਦੇ ਪਿੱਛੇ, ਅਮਲੇਕੀਆਂ ਦੇ ਪਿੱਛੇ ਜਾਵਾਂ, ਕਿ ਅਮਲੇਕੀਆਂ ਦੇ ਨਾਲ ਜਾ ਕੇ ਮੈਂ ਲੜਾਂ, ਉਹਨਾਂ ਦੇ ਨਾਲ ਯੁੱਧ ਕਰਾਂ, ਕਿ ਮੈਂ ਉਹਨਾਂ ਨੂੰ ਫੜ ਲਵਾਂਗਾ, ਕਿ ਮੈਂ ਉਹਨਾਂ ਅਮਲੇਕੀਆਂ ਨੂੰ ਫੜ ਲਵਾਂਗਾ, ਉਹਨਾਂ ਦਾ ਪਿੱਛਾ ਕਰ ਸਕਾਂਗਾ। ਪ੍ਰਭੂ ਨੇ ਉੱਤਰ ਦਿੱਤਾ, ਹਾਂ ਤੂੰ ਉਹਨਾਂ ਦਾ ਪਿੱਛੇ ਜਾ, ਤੂੰ ਉਹਨਾਂ ਨੂੰ ਫੜ ਲਵੇਂਗਾ ਅਤੇ ਬੰਦੀਆਂ ਨੂੰ ਛੁਡਾ ਲਵੇਂਗਾ। ਪਰਮੇਸ਼ਰ ਨੂੰ ਕਹਿਣ ਲੱਗਾ, ਕਹਿੰਦਾ ਤੂੰ ਜਾ। ਜਦੋਂ ਦਾਊਦ ਨੇ ਪੁੱਛਿਆ ਪਰਮੇਸ਼ਰ ਦੇ ਕੋਲੋਂ ਕਿ ਪ੍ਰਭੂ ਮੈਂ ਜਾਵਾਂ, ਉਹਨਾਂ ਦਾ ਪਿੱਛਾ ਕਰਾਂ ਕਿ ਮੈਂ ਆਪਣੇ ਲੋਕਾਂ ਨੂੰ ਛੁਡਾ ਲਵਾਂਗਾ, ਤਾਂ ਪਰਮੇਸ਼ਰ ਨੇ ਕਿਹਾ ਤੂੰ ਜਾ, ਤੂੰ ਨਿਸ਼ਚੈ ਉਹਨਾਂ ਨੂੰ ਛੁਡਾ ਲਏਗਾ। ਹਾਲੇਲੂਇਆ। ਤਾਂ ਸੋ ਦਾਊਦ ਅਤੇ ਉਸਦੇ 600 ਆਦਮੀ ਕੀ ਕਰ ਗਏ, ਉਹਨਾਂ ਪਿੱਛਾ ਕਰਨਗੇ। ਹਾਲੇਲੂਇਆ। ਕੀ ਹੋਇਆ ਕਿ ਜਦੋਂ ਪਰਮੇਸ਼ਰ ਤੋਂ ਸਲਾਹ ਲਈ ਤਾਂ ਪਰਮੇਸ਼ਰ ਨੇ ਉਹਨੂੰ ਪੁੱਛਿਆ, ਦਾਊਦ ਨੇ ਪਰਮੇਸ਼ਰ ਤੋਂ ਪੁੱਛਿਆ ਕਿ ਮੈਂ ਇਹਨਾਂ ਲੁਟੇਰਿਆਂ ਦੇ ਪਿੱਛੇ ਜਾਵਾਂ। ਪ੍ਰਭੂ ਤੂੰ ਦੱਸ, ਮੈਂ ਨਾ ਜਾਵਾਂ, ਅਗਰ ਤੂੰ ਕਹੂੰਗਾ ਮੈਂ ਜਾਵਾਂ ਤਾਂ ਮੈਂ ਜਾਵਾਂਗਾ, ਅਗਰ ਤੂੰ ਕਹੂੰਗਾ ਮੈਂ ਨਹੀਂ ਜਾਵਾਂ ਤਾਂ ਨਾ ਜਾਵਾਂਗਾ। ਹਾਲੇਲੂਇਆ। ਕਿ ਅੱਜ ਅਸੀਂ ਕਿਸੇ ਮੁਸੀਬਤ ਦੇ ਵਿੱਚ ਆਉਂਦੇ ਹਾਂ, ਕੋਈ ਕੰਮ ਕਰਦੇ ਹਾਂ, ਅਸੀਂ ਕੋਈ ਵੀ ਫੈਸਲਾ ਲੈਂਦੇ ਹਾਂ ਆਪਣੇ ਜੀਵਨ ਦੇ ਵਿੱਚ, ਪਰਮੇਸ਼ਰ ਨੂੰ ਪੁੱਛ ਕੇ ਲੈਂਦੇ ਹਾਂ। ਅੱਜ ਸਵਾਲ ਹੈ ਕਿ ਕੋਈ ਵੀ ਅਸੀਂ ਕੰਮ ਕਰਦੇ ਹਾਂ ਕਿ ਪਰਮੇਸ਼ਰ ਨੂੰ ਪੁੱਛਦੇ ਹਾਂ, ਪ੍ਰਭੂ ਮੈਂ ਆਹ ਕੰਮ ਕਰਾਂ ਜਾਂ ਨਾ ਕਰਾਂ। ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਕੋਈ ਵੀ ਕੰਮ ਕਰਦੇ ਹਾਂ। ਅੱਜ ਵਿਸ਼ਵਾਸੀਆਂ ਦਾ ਕੀ ਹਾਲ ਹੈ, ਅੱਜ ਵਿਸ਼ਵਾਸੀ ਭਟਕ ਚੁੱਕੇ ਆ। ਅੱਜ ਵਿਸ਼ਵਾਸੀ ਇੱਕ ਚਰਚ ਦੇ ਬਾਅਦ ਦੂਸਰੀ ਚਰਚ, ਦੂਸਰੀ ਚਰਚ ਦੇ ਬਾਅਦ ਤੀਸਰੀ ਚਰਚ। ਕਦੇ ਪਰਮੇਸ਼ਰ ਨੂੰ ਪੁੱਛਦੇ ਆ, ਪਰਮੇਸ਼ਰ ਤੂੰ ਮੇਰੇ ਲਈ ਕਿਹੜੀ ਚਰਚ ਠਹਿਰਾਈ ਹੋਈ ਆ? ਕੀ ਤੁਸੀਂ ਪੁੱਛਦੇ ਹੋ ਪਰਮੇਸ਼ਰ ਤੂੰ ਮੇਰੇ ਲਈ ਕਿਹੜਾ ਸੇਵਕ, ਕਿਹੜਾ ਮੇਰੇ ਲਈ ਦਾਸ ਠਹਿਰਾਇਆ ਹੋਇਆ ਕਿ ਮੈਂ ਕਿਸ ਚਰਚ ਦੇ ਵਿੱਚ ਜਾਵਾਂ? ਅੱਜ ਲੋਕ ਕੀ ਕਰ ਰਹੇ ਆ, ਅੱਜ ਇੱਕ ਚਰਚ ਦੇ ਵਿੱਚ ਜਾਂਦੇ ਆ, ਉਸ ਤੋਂ ਬਾਅਦ ਦੂਸਰੀ ਚਰਚ, ਤੀਸਰੀ ਚਰਚ, ਚੌਥੀ ਚਰਚ। ਕੀ ਉਹ ਬੈਠ ਕੇ ਕਦੇ ਪਰਮੇਸ਼ਰ ਨੂੰ ਤੁਸੀਂ ਪੁੱਛਿਆ ਆ? ਅਗਰ ਤੁਸੀਂ ਵੀ ਇਸ ਤਰ੍ਹਾਂ ਕਰ ਰਹੇ ਹੋ ਕਿ ਪੁੱਛਿਆ, ਅੱਜ ਲੋਕ ਕੀ ਕਰਦੇ ਆ, ਆਸ਼ੀਸ਼ ਕਿਤੋਂ ਲੈਣੀ ਆ ਤੇ ਜਾਣਾ ਕਿਤੇ ਆ। ਛੁਟਕਾਰਾ ਕਿਤੇ ਹੁੰਦਾ, ਬਿਮਾਰੀਆਂ ਤੋਂ ਚੰਗਾਈ ਪਰਮੇਸ਼ਰ ਤੁਹਾਨੂੰ ਕਿਤੇ ਦੇ ਰਿਹਾ ਆ, ਪਰਮੇਸ਼ਰ ਤੁਹਾਡੀਆਂ ਪ੍ਰਾਰਥਨਾ ਨੂੰ ਕਿੱਥੇ ਸੁਣਦਾ ਆ ਤੇ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਜਾ ਰਹੇ ਹੋ। ਇਹੋ ਜਿਹਾ ਬਹੁਤ ਸਾਰਾ ਕੁਝ ਹੁੰਦਾ ਆ ਕਿ ਅੱਜ ਵਿਸ਼ਵਾਸੀ ਜਿਹੜਾ ਆ ਆਪਣੀ ਇੱਛਾ ਨੂੰ ਪੂਰਾ ਕਰ ਰਿਹਾ ਆ। ਦਾਊਦ ਨੇ ਆਪਣੀ ਇੱਛਾ ਨੂੰ ਪੂਰਾ ਨਹੀਂ ਕੀਤਾ। ਉਹਨੇ ਪਰਮੇਸ਼ਰ ਨੂੰ ਪੁੱਛਿਆ, ਪ੍ਰਭੂ ਮੈਂ ਜਾਵਾਂ, ਉਹਨਾਂ ਦਾ ਪਿੱਛਾ ਕਰਾਂ ਜਾਂ ਨਾ ਕਰਾਂ? ਅਗਰ ਤੂੰ ਕਹੂੰਗਾ ਜਾ ਤਾਂ ਮੈਂ ਜਾਵਾਂਗਾ, ਅਗਰ ਤੂੰ ਨਹੀਂ ਕਹੇਗਾ ਮੈਂ ਨਹੀਂ ਜਾਵਾਂਗਾ। ਤੇ ਦਾਊਦ ਨੂੰ ਪਰਮੇਸ਼ਰ ਨੇ ਕਿਹਾ ਤੂੰ ਜਾ, ਤੇ ਦਾਊਦ ਗਿਆ ਤੇ ਉਹਨਾਂ ਦਾ ਪਿੱਛਾ ਕੀਤਾ। ਤੇ ਦਾਊਦ ਨੇ ਕੀ ਕੀਤਾ,
ਅਮਲੇਕੀਆਂ ਨੂੰ ਮਾਰ ਦਿੱਤਾ, ਨਾਸ਼ ਕਰ ਦਿੱਤਾ, ਤੇ ਉਹਨੇ ਆਪਣੇ ਤੇ ਆਪਣੇ ਸਾਥੀਆਂ ਦੇ ਜਿੰਨੇ ਵੀ ਪਤਨੀਆਂ ਬੱਚੇ ਸੀਗੇ ਸਾਰਿਆਂ ਨੂੰ ਬੰਦਵਾਈ ਦੇ ਵਿੱਚੋਂ ਛੁਡਵਾ ਲਿਆਂਦਾ। ਹਾਲੇਲੂਇਆ। ਤੇ ਉਹਨਾਂ ਨੇ ਆ ਕੇ ਇੱਕ ਜਸ਼ਨ ਮਨਾਇਆ। ਕਿਉਂ ਕਿਉਂ ਉਹ ਜਿੱਤ ਪਾਇਆ ਦਾਊਦ? ਕਿਉਂਕਿ ਉਹ ਪਰਮੇਸ਼ਰ ਤੋਂ ਪੁੱਛ ਕੇ ਗਿਆ ਸੀਗਾ। ਅਗਰ ਉਹ ਪਰਮੇਸ਼ਰ ਤੋਂ ਪੁੱਛ ਕੇ ਨਾ ਜਾਂਦਾ ਤਾਂ ਉਹ ਹਾਰ ਜਾਂਦਾ। ਅਗਰ ਅੱਜ ਤੁਸੀਂ ਕੋਈ ਵੀ ਚਰਚ ਜਾ ਰਹੇ ਹੋ ਕਿ ਪਰਮੇਸ਼ਰ ਤੋਂ ਪੁੱਛ ਕੇ ਚਰਚ ਜਾ ਰਹੇ ਹੋ, ਪ੍ਰਭੂ ਇਹ ਚਰਚ ਮੇਰੇ ਲਈ ਹੈ, ਇਹ ਸੇਵਕ ਮੇਰੇ ਲਈ ਹੈ, ਉਹ ਚਰਚ ਜਿੱਥੇ ਤੁਹਾਡੀ ਆਸ਼ੀਸ਼ ਪਰਮੇਸ਼ਰ ਨੇ ਰੱਖੀ ਹੋਈ ਆ, ਜਿੱਥੇ ਤੁਹਾਡੀ ਬਰਕਤ ਪਰਮੇਸ਼ਰ ਨੇ ਰੱਖੀ ਹੋਈ ਆ, ਕੀ ਤੁਸੀਂ ਉੱਥੇ ਜਾ ਰਹੇ ਹੋ ਕਿ ਸਿਰਫ ਉੱਥੇ ਸਿਰਫ ਚਰਚ ਦੇ ਵਿੱਚ ਆਸ਼ੀਸ਼ ਲੈਣ ਦੇ ਲਈ ਜਾ ਰਹੇ ਹੋ, ਤੇ ਉਸ ਤੋਂ ਬਾਅਦ ਚਰਚ ਦੇ ਵਿੱਚ ਜਾ ਕੇ ਆਸ਼ੀਸ਼ ਲੈ ਕੇ ਤੇ ਉਸ ਤੋਂ ਬਾਅਦ ਆਪਣੀ ਇੱਛਾ ਦੇ ਅਨੁਸਾਰ ਦੂਸਰੀਆਂ ਚਰਚਾਂ ਦੇ ਵਿੱਚ ਘੁੰਮ ਰਹੇ ਹੋ, ਦੂਸਰੇ ਸੇਵਕਾਂ ਦੇ ਕੋਲ ਘੁੰਮ ਰਹੇ ਹੋ? ਅਗਰ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਤਾਂ ਤੁਸੀਂ ਖਤਰੇ ਦੇ ਵਿੱਚ ਹੋ। ਹਾਲੇਲੂਇਆ। ਅੱਜ ਇਨਸਾਨ ਆਪਣੀ ਇੱਛਾ ਨੂੰ ਪੂਰਾ ਕਰ ਰਿਹਾ ਆ, ਪਰਮੇਸ਼ਰ ਦੀ ਇੱਛਾ ਨੂੰ ਪੂਰਾ ਨਹੀਂ ਕਰ ਰਿਹਾ। ਬਹੁਤ ਸਾਰੇ ਵਿਸ਼ਵਾਸੀ ਆ, ਉਹ ਕੀ ਕਰਨਗੇ? ਦੂਸਰੇ ਪਾਸਟਰਾਂ ਦੇ ਕੋਲ ਜਾਣਗੇ, ਉਹਨਾਂ ਨੂੰ ਫੋਨ ਕਰਨਗੇ, ਪ੍ਰਾਰਥਨਾ ਕਰਾਉਣਗੇ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਆ। ਮੈਂ ਬਹੁਤ ਸਾਰੇ ਮਸੀਹਾਂ ਨੂੰ ਦੇਖਦਾ ਆ, ਉਹ ਚਰਚ ਕਿਤੇ ਜਾਣਗੇ ਤੇ ਆਸ਼ੀਸ਼ ਲੈਣ ਦੇ ਲਈ ਕਿਸੇ ਹੋਰ ਸੇਵਕ ਦੇ ਕੋਲ ਜਾਣਗੇ, ਕਿਸੇ ਹੋਰ ਚਰਚ ਦੇ ਵਿੱਚ ਜਾਣਗੇ। ਉੱਥੇ ਕੀ ਕਰਨਗੇ? ਜਾਣਗੇ, ਇੱਕ ਦਿਨ ਜਾਣਗੇ, ਪ੍ਰਾਰਥਨਾ ਕਰਨਗੇ, ਉਸ ਤੋਂ ਬਾਅਦ ਕੀ ਹੋਣਗੇ? ਉਹ ਉਹਨਾਂ ਦੀ ਬਿਮਾਰੀ ਤੋਂ ਛੁਟਕਾਰਾ ਹੋ ਜਾਣਾ, ਠੀਕ ਹੋ ਜਾਣਾ, ਦੁਸ਼ਟ ਆਤਮਾ ਤੋਂ ਠੀਕ ਹੋ ਜਾਣਾ। ਉਸ ਤੋਂ ਬਾਅਦ ਕੀ ਕਰਨਾ? ਉਹਨਾਂ ਨੇ ਆਪਣੀ ਇੱਛਾ ਪੂਰੀ ਕਰਨ ਲੱਗ ਪੈਣਾ ਆ। ਇਹ ਲੋਕ ਕਿਹੋ ਜਿਹੇ ਲੋਕ ਹਨ? ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਦੱਸਣਾ ਚਾਹੁੰਦਾ ਆ, ਅੱਜ ਕਿਹੋ ਜਿਹੇ ਲੋਕ ਹਨ। ਇਹ ਉਹ ਲੋਕ ਹਨ ਜਿਹੜੇ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਨਹੀਂ ਚੱਲਦੇ। ਉਹ ਸਿਰਫ ਆਪਣੀ ਇੱਛਾ ਪੂਰੀ ਕਰਨ ਦੇ ਲਈ ਚਰਚਾਂ ਦੇ ਵਿੱਚ ਘੁੰਮਦੇ ਆ। ਨਹੀਂ ਜੀ, ਮੈਂ ਇਸ ਚਰਚ ਦੇ ਵਿੱਚ ਜਾਣਾ ਆ। ਉਹ ਇਹ ਨਹੀਂ ਦੇਖਦੇ ਪਰਮੇਸ਼ਰ ਨੇ ਮੈਨੂੰ ਬਲੈਸ ਇੱਥੋਂ ਕੀਤਾ ਆ, ਮੇਰੇ ਬੱਚਿਆਂ ਨੂੰ ਇੱਥੋਂ ਬਲੈਸ ਕੀਤਾ ਆ, ਮੈਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਇੱਥੋਂ ਦਿੱਤਾ ਆ, ਮੈਨੂੰ ਬਿਮਾਰੀ ਤੋਂ ਛੁਟਕਾਰਾ ਪਰਮੇਸ਼ਰ ਨੇ ਇੱਥੇ ਦਿੱਤਾ ਆ। ਹਾਂ, ਜਿੱਥੋਂ ਪਰਮੇਸ਼ਰ ਤੁਹਾਡੀ ਬਾਈਬਲ ਵਿਵਸਥਾ ਸਾਰੂ ਦਾ 12ਵੇਂ ਅਧਿਆਇ ਦੇ ਵਿੱਚ ਲਿਖਿਆ ਵਾ ਕਿ ਮੈਂ ਤੁਹਾਡੇ ਲਈ ਇੱਕ ਨਗਰ, ਇੱਕ ਭਵਨ ਚੁਣਾਂਗਾ ਤੁਹਾਡੇ ਲਈ। ਬਹੁਤੇ ਨਹੀਂ, ਪਰਮੇਸ਼ਰ ਨੇ ਇੱਕ ਭਵਨ ਤੁਹਾਡੇ ਲਈ ਚੁਣਿਆ ਹੋਇਆ, ਇੱਕ ਪਰਮੇਸ਼ਰ ਨੇ ਦਾਸ ਤੁਹਾਡੇ ਲਈ ਚੁਣਿਆ ਹੋਇਆ। ਉਸ ਦਾਸ ਦੇ ਦੁਆਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਆਏਗੀ, ਉਸ ਦਾਸ ਦੇ ਦੁਆਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤ ਆਏਗੀ, ਤੁਹਾਡੇ ਘਰ ਦੇ ਕੰਮ ਬਣਨਗੇ, ਤੁਹਾਡੇ ਰੁਕੀਆਂ ਹੋਈਆਂ ਸਮੱਸਿਆਵਾਂ, ਤੁਹਾਡੇ ਰੁਕੇ ਬੰਧਨ, ਜਿੰਨੇ ਵੀ ਬੰਧਨ ਆ ਉਹ ਟੁੱਟਣਗੇ। ਅਗਰ ਸਿਰਫ ਤੁਸੀਂ ਉਸ ਸੇਵਕ ਦੇ ਕੋਲ ਆਸ਼ੀਸ਼ ਹੀ ਲੈਣ ਜਾਣਦੇ ਹੋ ਤਾਂ ਉਹ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਆਸ਼ੀਸ਼ ਤੁਹਾਡੇ ਮਿਲ ਤਾਂ ਜ਼ਰੂਰ ਜਾਵੇਗੀ, ਤੁਹਾਡੀ ਜ਼ਿੰਦਗੀ ਦੇ ਵਿੱਚ ਸਦਾ ਦੇ ਲਈ ਨਹੀਂ ਠਹਿਰ ਸਕੇਗੀ, ਕਿਉਂਕਿ ਤੁਸੀਂ ਫਿਰ ਭਟਕ ਜਾਓਗੇ। ਇੱਕ ਬੱਤੀ ਦੇ ਵਿੱਚੋਂ ਨਿਕਲ ਤਾਂ ਆਉਂਗੇ, ਉਸ ਤੋਂ ਬਾਅਦ ਦੂਸਰੀ ਦੇ ਵਿੱਚ ਫਸ ਜਾਓਗੇ, ਤੀਸਰੀ ਦੇ ਵਿੱਚ ਫਸ ਜਾਓਗੇ, ਚੌਥੀ ਦੇ ਵਿੱਚ ਫਸ ਜਾਓਗੇ। ਕਿੰਨਾ ਚਿਰ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਚੱਲੋਗੇ? ਬਲਕਿ ਜਿਸ ਤਰ੍ਹਾਂ ਦਾਊਦ ਆਪਣੀ ਇੱਛਾ ਦੇ ਅਨੁਸਾਰ ਨਹੀਂ, ਬਲਕਿ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲਿਆ। ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਕੀ ਤੁਸੀਂ ਚੱਲ ਰਹੇ ਹੋ? ਹਾਲੇਲੂਇਆ। ਮੈਂ ਇੱਕ ਵਚਨ ਪੜ੍ਹਨਾ ਚਾਹਾਂਗਾ, ਯਹੋਸ਼ੂਆ ਦੀ ਕਿਤਾਬ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ। ਯਹੋਸ਼ੂਆ ਉਹਦਾ ਪਹਿਲਾ ਅਧਿਆਇ ਉਹਦੀ 6 ਆਇਤ ਦੇ ਵਿੱਚ ਲਿਖਿਆ ਵਾ, ਜਦੋਂ ਮੂਸਾ ਮਰ ਗਿਆ ਤਾਂ ਉੱਥੇ ਕੀ ਹੋਇਆ? ਮੂਸਾ ਦਾ ਮਦਦਗਾਰ ਜਿਹੜਾ ਸੀਗਾ ਉਹ ਯਹੋਸ਼ੂਆ ਸੀਗਾ, ਤਾਂ ਪਰਮੇਸ਼ਰ ਨੇ ਉਸ ਨੂੰ ਕੀ ਕਿਹਾ? ਜਦੋਂ ਮੂਸਾ ਪੂਰਾ ਹੋ ਗਿਆ ਤਾਂ ਪਰਮੇਸ਼ਰ ਨੇ ਕਿਹਾ, ਤੂੰ ਕੇਵਲ ਤਕੜਾ ਹੋ ਅਤੇ ਹੌਸਲਾ ਰੱਖ ਅਤੇ ਸਭ ਕੁਝ ਉਸ ਵਿਵਸਥਾ ਅਨੁਸਾਰ ਕਰ। ਹਾਲੇਲੂਇਆ। ਪਰਮੇਸ਼ਰ ਨੇ ਉਹਨੇ 7 ਆਇਤ ਦੇ ਵਿੱਚ ਇਸ ਤਰ੍ਹਾਂ ਕਿਹਾ, ਤੂੰ ਕੇਵਲ ਤਕੜਾ ਹੋ ਅਤੇ ਹੌਸਲਾ ਰੱਖ ਅਤੇ ਸਭ ਕੁਝ ਉਸ ਵਿਵਸਥਾ ਅਨੁਸਾਰ ਕਰ ਜਿਸ ਦੀ ਮੇਰੇ ਦਾਸ ਮੂਸਾ ਨੇ ਤੈਨੂੰ ਆਗਿਆ ਦਿੱਤੀ ਹੈ। ਹਾਲੇਲੂਇਆ। ਮੈਂ ਦੁਬਾਰਾ ਫਿਰ ਪੜ੍ਹਨਾ ਚਾਹਾਂਗਾ, ਜਿਸ ਦੀ ਮੇਰੇ ਦਾਸ ਮੂਸਾ ਨੇ ਤੈਨੂੰ ਆਗਿਆ ਦਿੱਤੀ ਹੈ, ਤੂੰ ਉਸ ਤੋਂ ਨਾ ਸੱਜੇ ਮੁੜ ਅਤੇ ਨਾ ਖੱਬੇ ਮੁੜ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਜੋ ਮੈਂ ਆਪਣੇ ਦਾਸ ਨੂੰ ਕਿਹਾ ਆ ਤੂੰ ਉਸ ਦੇ ਕਹੇ ਦੇ ਅਨੁਸਾਰ ਕਰ। ਕਿ ਤੁਸੀਂ ਆਪਣੇ ਸੇਵਕ ਦੇ ਅਨੁਸਾਰ ਕਹੇ ਹੋਏ ਜੋ ਉਹ ਕਹਿੰਦਾ ਆ ਕਰ ਰਹੇ ਹੋ, ਜਿੱਥੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ ਰਿਹਾ। ਅੱਜ ਸਵਾਲ ਹੈ ਮੇਰੇ ਹਰ ਇੱਕ ਉਹ ਵਿਸ਼ਵਾਸੀ ਦੇ ਨਾਲ ਜਿਹੜਾ ਇਸ ਵੀਡੀਓ ਨੂੰ ਸੁਣ ਰਿਹਾ ਆ, ਕਿ ਤੁਸੀਂ ਆਪਣੇ ਸੇਵਕ ਦੀ ਗੱਲ, ਜਿਹੜਾ ਅਗਰ ਉਹ ਗੱਲ ਬਚਨ ਦੇ ਅਨੁਸਾਰ ਹੈ, ਉਹ ਬਚਨ ਦੇ ਅਨੁਸਾਰ ਕਰ ਰਿਹਾ ਆ, ਕਿ ਤੁਸੀਂ ਉਸ ਦੀ ਗੱਲ ਨੂੰ ਸੁਣ ਰਹੇ ਹੋ। ਅੱਜ ਬਹੁਤ ਸਾਰੇ ਵਿਸ਼ਵਾਸੀ ਆਪਣੇ ਸੇਵਕਾਂ ਦੀ ਗੱਲ ਨਹੀਂ ਸੁਣਦੇ ਹੈਗੇ। ਅਗਰ ਤੁਸੀਂ ਆਪਣੇ ਸੇਵਕ ਦੀ ਗੱਲ ਨਹੀਂ ਸੁਣਦੇ ਤਾਂ ਯਿਸੂ ਮਸੀਹ ਦੀ ਗੱਲ ਵੀ ਨਹੀਂ ਸੁਣਦੇ। ਹਾਲੇਲੂਇਆ। ਕਿਉਂਕਿ ਜਿਹੜਾ ਸੇਵਕ ਤੁਹਾਨੂੰ ਵਚਨ ਦੇ ਅਨੁਸਾਰ ਕਹਿ ਰਿਹਾ, ਸਮਝਾ ਰਿਹਾ ਆ, ਅਗਰ ਤੁਸੀਂ ਉਸ ਵਚਨ ਨੂੰ ਨਹੀਂ ਸੁਣਦੇ, ਉਸ ਵਚਨ ਦੀ ਗੱਲ ਨੂੰ ਨਹੀਂ ਮੰਨਦੇ ਹੈਗੇ, ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਬਲੈਸ ਨਹੀਂ ਹੋ ਸਕਦੇ, ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਠਹਿਰ ਨਹੀਂ ਸਕਦੀ ਹੈਗੀ। ਹਾਲੇਲੂਇਆ। ਤੇ ਜਦੋਂ ਜਿਹੜਾ ਸੀਗਾ ਯਹੋਸ਼ੂਆ, ਉਹ ਮੂਸਾ ਦੀ ਸਾਰੀ ਵਿਵਸਥਾ ਦੇ ਅਨੁਸਾਰ, ਜੋ ਮੂਸਾ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਸੀਗਾ, ਉਹ ਮੂਸਾ ਨੇ ਜਾ ਕੇ ਉਹ ਸਾਰਾ ਕੁਝ ਯਹੋਸ਼ੂਆ ਨੂੰ ਦੱਸਿਆ ਸੀਗਾ। ਜਿਸ ਤਰ੍ਹਾਂ ਯਹੋਸ਼ੂਆ ਨੇ ਮੂਸਾ ਦੀ ਗੱਲ ਨੂੰ ਸੁਣ ਕੇ ਕੀਤਾ,
ਤਾਂ ਪਰਮੇਸ਼ਰ ਉਸਦੇ ਨਾਲ ਰਿਹਾ ਤੇ ਪਰਮੇਸ਼ਰ ਨੇ ਉਸ ਨੂੰ ਚੁਣਿਆ ਤੇ ਉਸ ਨੂੰ ਮੂਸਾ ਤੋਂ ਬਾਅਦ ਯਹੋਸ਼ੂਆ ਨੂੰ ਆਪਣੇ ਲੋਕਾਂ ਦੇ ਲਈ ਇਸਤੇਮਾਲ ਕੀਤਾ। ਹਾਲੇਲੂਇਆ। ਤੇ ਯਹੋਸ਼ੂਆ ਦੇ ਦੁਆਰਾ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਬਚਾਇਆ ਤੇ ਉਹਨੂੰ ਵਾਅਦਾ ਕੀਤੀ ਧਰਤੀ ਉੱਤੇ ਲੈ ਕੇ ਗਿਆ। ਹਾਲੇਲੂਇਆ। ਫਿਰ ਜਦੋਂ ਰਸਤੇ ਦੇ ਵਿੱਚ ਮੁਸੀਬਤ ਆਈ ਯਹੋਸ਼ੂਆ ਨੂੰ ਤੇ ਪਰਮੇਸ਼ਰ ਤੋਂ ਸਲਾਹ ਲਈ, ਫਿਰ ਯਹੋਸ਼ੂਆ ਨੇ ਜਦੋਂ ਯਹੋਸ਼ੂਆ ਨੇ ਜਰੀਹੋ ਦੀਆਂ 4 ਦੀਵਾਰੀਆਂ ਨੂੰ ਗਿਰਾਇਆ, ਕੀ ਕਿਹਾ ਪਰਮੇਸ਼ਰ ਨੇ? ਕਹਿੰਦਾ ਤੂੰ ਕੀ ਕਰ, 7 ਦਿਨ ਜਰੀਹੋ ਦੇ ਦੁਆਲੇ ਚੱਕਰ ਲਗਾ ਤੇ 7ਵੇਂ ਦਿਨ 7 ਚੱਕਰ ਲਗਾਣਾ। ਜਦੋਂ ਯਹੋਸ਼ੂਆ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲਿਆ, ਉਸੇ ਤਰ੍ਹਾਂ ਕੀਤਾ ਤੇ ਜਰੀਹੋ ਦੀਆਂ ਦੀਵਾਰਾਂ ਗਿਰਾਈਆਂ ਗਈਆਂ। ਹਾਲੇਲੂਇਆ। ਜਦੋਂ ਤੁਸੀਂ ਆਪਣੇ ਪਰਮੇਸ਼ਰ ਦੀ ਆਵਾਜ਼, ਪ੍ਰਭੂ ਯਿਸੂ ਮਸੀਹ ਦੇ ਵਚਨ ਦੀ ਆਵਾਜ਼ ਨੂੰ ਸੁਣ ਕੇ, ਆਪਣੇ ਸੇਵਕ ਦੀ ਆਵਾਜ਼ ਨੂੰ ਸੁਣ ਕੇ ਚੱਲੂਗੇ ਤਾਂ ਪਰਮੇਸ਼ਰ ਤੁਹਾਨੂੰ ਵੀ ਬਲੈਸ ਕਰੇਗਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਸਾਨੂੰ ਇੱਕ ਇਹੋ ਜਿਹਾ ਸਹਾਇਕ ਦਿੱਤਾ ਆ ਜੋ ਯੁਗਾਂ ਦੇ ਅੰਤ ਤੱਕ ਸਾਡੇ ਨਾਲ ਹੈ। ਪਰਮੇਸ਼ਰ ਕਹਿੰਦਾ ਮੈਂ ਨਾ ਤੁਹਾਨੂੰ ਛੱਡਾਂਗਾ, ਨਾ ਕਦੇ ਤਿਆਗਾਂਗਾ। ਹਾਲੇਲੂਇਆ। ਤੇ ਪਰਮੇਸ਼ਰ ਨੇ ਸਾਨੂੰ ਇੱਕ ਸਹਾਇਕ ਦਿੱਤਾ ਆ। ਹਾਲੇਲੂਇਆ। ਉਸ ਸਹਾਇਕ ਦੇ ਬਾਰੇ ਪੜਾਂਗੇ। ਉਹ ਸਹਾਇਕ ਹੈ ਕਿਹੜਾ ਆ? ਯਸ਼ਾਇਆ ਨਬੀ ਦੀ ਕਿਤਾਬ ਉਹਦਾ 9ਵਾਂ ਅਧਿਆਇ ਉਹਦੀ 6 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਸਾਡੇ ਲਈ ਇੱਕ ਬਾਲਕ ਪੈਦਾ ਹੋਇਆ। ਹਾਲੇਲੂਇਆ। ਸਾਡੇ ਲਈ, ਮੇਰੇ ਲਈ ਇੱਕ ਬਾਲਕ ਪੈਦਾ ਹੋਇਆ, ਤੁਹਾਡੇ ਲਈ ਇੱਕ ਬਾਲਕ ਪੈਦਾ ਹੋਇਆ, ਇੱਕ ਪੁੱਤਰ ਪੈਦਾ ਹੋਇਆ, ਇੱਕ ਪੁੱਤਰ ਸਾਨੂੰ ਦਿੱਤਾ ਗਿਆ ਜੋ ਸਾਡੇ ਉੱਤੇ ਰਾਜ ਕਰੇਗਾ। ਉਸ ਦਾ ਨਾਮ ਇਸ ਤਰ੍ਹਾਂ ਲਿਆ ਜਾਏਗਾ, ਅਦਭੁਤ ਸਲਾਹਕਾਰ। ਹਾਲੇਲੂਇਆ। ਇੱਕ ਅਦਭੁਤ ਸਲਾਹਕਾਰ, ਇੱਕ ਪੁੱਤਰ ਸਾਨੂੰ ਦਿੱਤਾ ਗਿਆ ਜਿਸ ਦਾ ਨਾਮ ਕੀ ਆ? ਅਦਭੁਤ ਸਲਾਹਕਾਰ। ਯਿਸੂ ਮਸੀਹ ਇੱਕ ਅਦਭੁਤ ਸਲਾਹਕਾਰ ਹੈ। ਇੰਗਲਿਸ਼ ਬਾਈਬਲ ਦੇ ਵਿੱਚ ਲਿਖਿਆ ਹੋਇਆ ਗੁੱਡ ਕਾਉਂਸਲਰ, ਵੰਡਰਫੁਲ ਕਾਉਂਸਲਰ। ਹਾਲੇਲੂਇਆ। ਜਿਹੜਾ ਸਾਨੂੰ ਸਲਾਹਕਾਰ ਦਿੱਤਾ ਗਿਆ ਪਰਮੇਸ਼ਰ ਨੇ। ਕਦੀ ਉਸ ਸਲਾਹਕਾਰ ਦੇ ਨਾਲ ਬੈਠ ਕੇ ਅਸੀਂ ਸਲਾਹ ਕੀਤੀ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਨ ਦਾ ਫੈਸਲਾ ਕੀਤਾ ਆ, ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਾ ਲਿਆ, ਆਪਣੇ ਫਿਊਚਰ ਦੇ ਲਈ ਫੈਸਲਾ ਲਿਆ, ਆਪਣੇ ਕੋਈ ਵੀ ਘਰ ਦੀ ਫੈਮਿਲੀ ਦੇ ਜ਼ਿੰਮੇਵਾਰੀ ਦੇ ਲਈ, ਆਪਣੇ ਬੱਚਿਆਂ ਦੇ ਲਈ ਕੋਈ ਫੈਸਲਾ ਲਿਆ, ਕਿ ਪਰਮੇਸ਼ਰ ਦੇ ਅੱਗੇ ਉਸ ਫੈਸਲੇ ਨੂੰ ਰੱਖਿਆ, ਪ੍ਰਭੂ ਜੀ ਕਿ ਮੈਂ ਕੰਮ ਪੁੱਛ ਕੇ ਕੀਤਾ ਪਰਮੇਸ਼ਰ ਨੂੰ, ਪ੍ਰਭੂ ਮੈਂ ਇਸ ਕੰਮ ਨੂੰ ਕਰਾਂ ਜਾਂ ਨਾ ਕਰਾਂ। ਅਗਰ ਤੁਸੀਂ ਪਰਮੇਸ਼ਰ ਨੂੰ ਪੁੱਛ ਕੇ ਕੰਮ ਕਰ ਰਹੇ ਹੋ ਤਾਂ ਤੁਸੀਂ ਬੈਸਟ ਹੋ, ਤਾਂ ਤੁਸੀਂ ਧਨ ਹੋ, ਤੁਸੀਂ ਉੱਚੇ ਜਾਣ ਵਾਲੇ ਹੋ। ਅਗਰ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਕੰਮ ਕਰ ਰਹੇ ਹੋ ਤਾਂ ਤੁਸੀਂ ਨੁਕਸਾਨ ਦੇ ਵਿੱਚ ਜਾ ਸਕਦੇ ਆ। ਤੇ ਅੱਜ ਤੁਹਾਡੇ ਕੋਲ ਮੌਕਾ ਆ ਕਿ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ, ਉਸਦੇ ਸੇਵਕ ਦੀ ਆਵਾਜ਼ ਨੂੰ ਸੁਣੀਏ। ਜੋ ਸੇਵਕ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਠਹਿਰਾਇਆ, ਉਸ ਦੀ ਆਵਾਜ਼ ਨੂੰ ਸੁਣੀਏ, ਉਸ ਦੀ ਗੱਲ ਨੂੰ ਸੁਣੀਏ। ਅਗਰ ਉਹ ਗੱਲ ਵਚਨ ਦੇ ਅਨੁਸਾਰ ਹੈ ਤਾਂ ਇਹ ਨਹੀਂ ਕਿ ਆਪਣੀ ਇੱਛਾ ਆਪਣੀ ਇੱਛਾ ਨਹੀਂ ਪੂਰੀ ਕਰਨੀ ਹੈਗੀ। ਹਾਲੇਲੂਇਆ। ਕਿਉਂਕਿ ਜਿਹੜਾ ਏਲੀਆ ਸੀਗਾ, ਏਲੀਆ ਦਾ ਚੇਲਾ ਸੀਗਾ ਅਲੀਸ਼ਾ। ਏਲੀਆ ਦਾ ਜਿਹੜਾ ਚੇਲਾ ਸੀਗਾ ਅਲੀਸ਼ਾ, ਉਹ ਏਲੀਆ ਦੀ ਆਵਾਜ਼ ਨੂੰ ਸੁਣਦਾ ਸੀਗਾ। ਅਲੀਸ਼ਾ ਆਪਣੇ ਗੁਰੂ ਦੀ ਆਵਾਜ਼, ਆਪਣੇ ਪਾਸਟਰ ਦੀ ਆਵਾਜ਼ ਨੂੰ ਸੁਣਦਾ ਸੀਗਾ ਤਾਂ ਕੀ ਹੋਇਆ? ਉਹ ਦੁੱਗਣੀ ਸਾਮਰਥ ਪ੍ਰਾਪਤ ਕਰਕੇ ਗਿਆ। ਹਾਲੇਲੂਇਆ। ਦੁੱਗਣੀ ਸਾਮਰਥ, ਦੁੱਗਣੀ ਅਭਿਸ਼ੇਕ ਮਿਲੀ। ਏਲੀਆ ਨੇ 1 ਮੁਰਦਾ ਜਿੰਦਾ ਕੀਤਾ ਤੇ ਅਲੀਸ਼ਾ ਨੇ 2 ਮੁਰਦੇ ਜਿੰਦਾ ਕੀਤੇ। ਕਿਉਂ? ਕਿਉਂਕਿ ਜਿਹੜਾ ਅਲੀਸ਼ਾ ਸੀਗਾ ਤੇ ਉਹ ਆਪਣੇ ਸੇਵਕ, ਆਪਣੇ ਦਾਸ, ਆਪਣੇ ਪਾਸਟਰ ਨੂੰ ਨਹੀਂ ਛੱਡਦਾ ਸੀਗਾ ਤੇ ਪਰਮੇਸ਼ਰ ਉਸ ਨੂੰ ਬਲੈਸ ਕੀਤਾ। ਅਲੀਸ਼ਾ ਦੇ ਵਿੱਚ ਇੰਨੀ ਸਾਮਰਥ ਸੀਗੀ, ਜੋ ਏਲੀਆ ਨੇ ਕੀਤਾ ਉਸ ਦੇ ਨਾਲੋਂ ਦੁੱਗਣੀ ਸਾਮਰਥ ਸੀਗੀ, ਕਿਉਂਕਿ ਉਹ ਆਪਣੇ ਸੇਵਕ ਦੇ ਅਧੀਨ ਸੀਗਾ, ਆਪਣੇ ਪਾਸਟਰ ਦੇ ਅਧੀਨ ਸੀਗਾ। ਉਹ ਪਰਮੇਸ਼ਰ ਦੇ ਵਚਨ ਦੇ ਅਧੀਨ ਰਿਹਾ ਤੇ ਜਦੋਂ ਅਧੀਨ ਰਿਹਾ ਤਾਂ ਉਸਨੇ ਸਾਮਰਥ ਨੂੰ ਪਾਇਆ। ਹਾਲੇਲੂਇਆ। ਤਾਂ ਇਸੇ ਤਰ੍ਹਾਂ ਜਿਹੜਾ ਅਲੀਸ਼ਾ ਸੀਗਾ, ਅਲੀਸ਼ਾ ਦਾ ਵੀ ਗਾਹਾਂ ਇੱਕ ਚੇਲਾ ਸੀਗਾ ਗਹੇਜੀ, ਤੇ ਉਹ ਅਲੀਸ਼ਾ ਦੇ ਅਧੀਨ ਨਹੀਂ ਰਿਹਾ। ਉਸਨੇ ਅਲੀਸ਼ਾ ਦੀ ਗੱਲ ਨਹੀਂ ਮੰਨੀ ਹੈਗੀ। ਜਦੋਂ ਉਹਨੇ ਗੱਲ ਨਹੀਂ ਮੰਨੀ ਤੇ ਉਸ ਉੱਤੇ ਕੋੜ ਆ ਗਿਆ। ਹਾਲੇਲੂਇਆ। ਕੋੜ ਆ ਗਿਆ, ਉਹ ਮੁਸੀਬਤ ਦੇ ਵਿੱਚ ਚਲ ਗਿਆ। ਤੁਸੀਂ ਕਿਹੋ ਜਿਹੇ ਹੋ? ਅਲੀਸ਼ਾ ਵਰਗੇ ਜਾਂ ਗਹੇਜੀ ਵਰਗੇ? ਆਪਣੇ ਆਪ ਨੂੰ ਜਾਂਚਣਾ ਆ, ਆਪਣੇ ਆਪ ਨੂੰ ਜਾਂਚਣਾ ਆ ਕਿ ਅਸੀਂ ਇੱਛਾ ਦੇ ਅਨੁਸਾਰ ਪ੍ਰਚਾਰ ਸੁਣ ਰਹੇ ਹਾਂ, ਆਪਣੀ ਇੱਛਾ ਦੇ ਅਨੁਸਾਰ ਚਰਚ ਦੇ ਵਿੱਚ ਜਾ ਰਹੇ ਹਾਂ, ਜਾਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਜਾ ਰਹੇ ਹਾਂ। ਅਗਰ ਤੁਸੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਜਾ ਰਹੇ ਹੋ ਤਾਂ ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ। ਅਗਰ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਜਾ ਰਹੇ ਹੋ ਤਾਂ ਤੁਸੀਂ ਮੁਸੀਬਤ ਦੇ ਵਿੱਚ, ਬਿਮਾਰੀਆਂ ਦੇ ਵਿੱਚ, ਦੁਸ਼ਟ ਆਤਮਾ ਦੇ ਵਿੱਚ ਫਸ ਸਕਦੇ ਆ। ਤੇ ਬਹੁਤ ਸਾਰੇ ਲੋਕ ਫਸੇ ਹੋਏ ਆ। ਹਾਲੇਲੂਇਆ। ਬਹੁਤ ਸਾਰੇ ਲੋਕ ਮੇਰੇ ਕੋਲ ਆਉਂਦੇ ਆ ਕਿ ਉਹ ਸਿਰਫ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ, ਚੰਗਾਈ ਲੈਣ ਦੇ ਲਈ ਕਿ ਪਾਸਟਰ ਜੀ ਪ੍ਰਾਰਥਨਾ ਕਰ ਦਿਓ, ਉਹ ਚੰਗਾਈ ਲੈ ਕੇ ਚਲੇ ਜਾਂਦੇ ਆ। ਬਸ ਮਹੀਨਾ ਗਾਣਾ ਉਹਨਾਂ ਨੇ ਚੱਲ ਜਾਣਾ, ਉਹ ਫਿਰ ਦੁਬਾਰਾ ਮੁਸੀਬਤ ਦੇ ਵਿੱਚ ਫਸ ਜਾਂਦੇ ਆ, ਫਿਰ ਦੁਬਾਰਾ ਪ੍ਰੋਬਲਮਸ ਆਉਂਦੀਆਂ। ਫਿਰ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਆਪਣੇ ਸੇਵਕਾਂ ਨੂੰ ਫੋਨ ਕਰੋ, ਆਪਣੇ ਪਾਸਟਰ, ਜਿਹੜਾ ਤੁਹਾਡਾ ਪਾਸਟਰ ਹੈ, ਜਿੱਥੇ ਤੁਸੀਂ ਚਰਚ ਜਾਂਦੇ ਹੋ, ਉਹਨਾਂ ਨੂੰ ਫੋਨ ਕਰਕੇ ਦੱਸੋ। ਹਾਲੇਲੂਇਆ। ਕਿਉਂ? ਕਿਉਂਕਿ ਲੋਕ ਆਪਣੀ ਇੱਛਾ ਦੇ ਅਨੁਸਾਰ ਜਾ ਰਹੇ ਆ। ਲੋਕ ਇੱਕ ਦੂਜੇ ਦੇ ਪਿੱਛੇ ਲੱਗ ਕੇ ਜਾ ਰਹੇ ਆ।
कि तुसीं एक दूजे के पिछे लग के चर्च जा रहे हो, कि परमेश्वर ने जिहड़ा तुहानूं चर्च दिता आ, जिहड़ा सेवक दिता आ, कि उसकी इच्छा के अनुसार तुसीं चल रहे हो। हालेलुया। जिहड़ा अलीशा सीगा वो अपने गुरु की शिक्षा के अनुसार, एलिया की शिक्षा के अनुसार, एलिया के कहने दे विच रहा, एलिया के नाल रहा, उन्होंने छड्डिया नहीं हैगा। अज विश्वासी आ तो थोड़े समय के लिए, साल के लिए, कोई 6 महीने लिए, बस जिन्ना चਿਰ ਉਹਨੂੰ ਜ਼ਰੂਰਤ है, जो ਜ਼ਰੂਰਤ खत्म नाले चेंज। क्योंकि बाइबल सानू इस तरह दसदी आ, जो असी पढ़ते हैं दूसरा तिमोथियस, उसकी दूसरा तिमोथियस पढ़ांगे कढ़ांगे, उसका चौथा अध्याय, दूसरा तिमोथियस उसका 4 अध्याय, उसकी 3 आयत दे विच इस तरह लिखा होया कि अंत दे समय दे विच किहो जिहे लोक होणगे। हालेलुया। अंत दे समय दे विच किहो जिहे लोक होणगे, परमेश्वर दा वचन दसदा आ। दूसरा तिमोथियस 4:3 दे विच पढ़ांगे असी। परमेश्वर कहंदा एक समा वो भी आवेगा, हालेलुया, एक समा इहो जिहा आ जाएगा, वो समा आ चुका है, वो समा चल रहा इस टाइम। की होएगा? वो समा होगा जो लोग नरोई सिक्ख्या सुननी पसंद नहीं करनगे। हालेलुया। कि लोग सख्ती वाली कठोर जिहड़ा वचन है वो सुनना पसंद नहीं करनगे। हालेलुया। डांट वाला प्रचार सुनना पसंद नहीं करनगे। वो किहो जिहा प्रचार सुनना पसंद करनगे? सिर्फ आशीषां वाला, बरकतां वाला, जिहड़ा उन्हां दे कन्नां नूं सुणन नूं वधिया गल लगदी आ, वो सुनना पसंद करनगे। तां की करनगे? एक समा वो भी आवेगा जो लोग नरोई सिक्ख्या सुनना पसंद नहीं करनगे, वो केवल अपनी मनपसंद दियां सिक्ख्यावां ही सुननियां चाहणगे। हालेलुया। वो अपनी इच्छा के अनुसार जिहड़ा प्रचार उन्हां नूं वधिया लगदा, जिहड़ा चर्च उन्हां नूं वधिया लगदा, उत्थे जाणगे। हाँ जी, जो उन्होंने देखने नूं सुंदर लगता है, कन्नां नूं सुणन नूं वधिया लगता है, उत्ते जाणगे। अते अपने लिए बहुत सारे इहो जिहे सिक्खक इकट्ठे कर लैणगे। कहण दा मतलब अपने लिए इहो जिहे पास्टर इकट्ठे कर लैणगे, ਜਿਹੜੇ की करनगे, ਇਹ इकट्ठे कर लैणगे जो केवल उन्हां दे ਕੰਨ रस की पूर्ति ही करन, बल्कि उन्हां नूं ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਉਹੀ ਹੀ ਪੂਰੀਆਂ ਕਰਨ। ਹਾਲੇਲੂਇਆ। ਉਹ ਕੇਵਲ ਆਪਣੇ ਕੰਨ ਸੱਤ ਨੂੰ ਸੁਣਨ ਤੋਂ ਬੰਦ ਕਰ ਲੈਣਗੇ ਅਤੇ ਇਸ ਦੀ ਥਾਂ ਉਹ ਮਨ ਘੜਤ ਕਥਾਵਾਂ ਵੱਲ ਆਉਣਗੇ। ਹਾਲੇਲੂਇਆ। परमेश्वर कहता कि इहो ਜਿਹੇ लोग आणगे ਜਿਹੜੇ अपनी ਜਿਹੜੇ ਉਹਨਾਂ ਦੇ ਸ਼ਬਦ ਕੰਨਾਂ ਨੂੰ ਚੰਗੇ ਲੱਗਦੇ ਆ, ਜਿਹੜੀ ਪ੍ਰਚਾਰ ਉਹਨਾਂ ਨੂੰ ਸੁਣਨ ਦੇ ਲਈ ਚੰਗਾ ਲੱਗਦਾ। ਅੱਜ ਪ੍ਰਚਾਰ ਕਾਹਦਾ ਹੋ ਰਿਹਾ? ਸੰਸਾਰ ਦੀਆਂ ਚੀਜ਼ਾਂ ਦਾ, ਆਸ਼ੀਸ਼ਾਂ ਦਾ, ਬਰਕਾਂ ਦਾ, ਤੂੰ ਵਿਦੇਸ਼ ਚਲਾ ਜਾਏਗਾ, ਤੈਨੂੰ ਆਹ ਮਿਲ ਜਾਏਗਾ, ਪੈਸੇ ਦਾ, ਸੰਸਾਰ ਦੀਆਂ ਵਸਤੂਆਂ ਦਾ। परमेश्वर कहता अपना मन ਜਿਹੜਾ ਸੰਸਾਰ ਦੀਆਂ ਚੀਜ਼ਾਂ ਉੱਤੇ ਨਹੀਂ, ਉੱਪਰਲੀਆਂ ਚੀਜ਼ਾਂ ਉੱਤੇ ਲਗਾਓ। ਹਾਲੇਲੂਇਆ। ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਥੋੜੇ ਸਮੇਂ ਦੇ ਲਈ ਆ, ਜਿਹੜੀਆਂ ਉੱਪਰਲੀਆਂ ਚੀਜ਼ਾਂ, ਸਵਰਗ ਦੀਆਂ ਚੀਜ਼ਾਂ ਹਮੇਸ਼ਾ ਦੇ ਲਈ ਆ। ਹਾਲੇਲੂਇਆ। ਤੇ ਅਸੀਂ ਆਪਣਾ ਮਨ ਸੰਸਾਰ ਦੀਆਂ ਚੀਜ਼ਾਂ ਤੇ ਨਹੀਂ, ਬਲਕਿ ਪਰਮੇਸ਼ਰ ਜੋ ਸਾਨੂੰ ਚੀਜ਼ਾਂ ਦੇਣਾ ਚਾਹੁੰਦਾ, ਸਵਰਗ ਦੀਆਂ ਚੀਜ਼ਾਂ ਦੇ ਵੱਲ ਲਗਾਉਣਾ ਹੈ। ਹਾਲੇਲੂਇਆ। ਕਿਉਂਕਿ ਅਸੀਂ ਕਿਹੋ ਜਿਹੇ ਹਾਂ, ਕਿ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਰਹੇ ਹਾਂ ਕਿ ਜਾਂ ਅਸੀਂ ਆਪਣੀ ਆਵਾਜ਼ ਨੂੰ ਸੁਣ ਰਹੇ ਹਾਂ, अपनी इच्छा पूरी कर रहे हैं या परमेश्वर की पूरी इच्छा कर रहे हैं। अज तो इस गल उत्ते गौर करनी है, अपने जीवन दे विच इस गल नूं देखना है कि असी परमेश्वर की इच्छा के अनुसार चल रहे हैं या अपनी इच्छा के अनुसार चल रहे हैं। हालेलुया। अगर तुसी अपनी इच्छा के अनुसार चल रहे हैं तो तुसी असफल हो सकते हैं, तुसी स्वर्ग तो वांझे रह सकते हैं। हालेलुया। अज इंसान ज़्यादातर मसीही लोगों के विच की हो रहा है, 90% मसीही इहो ਜਿਹੇ ਆ ਜਿਹੜੀ ਆਪਣੀ ਇੱਛਾ ਦੇ ਅਨੁਸਾਰ ਚੱਲਦੇ ਆ। ਜਿਹੜਾ ਚਰਚ ਉਹਨਾਂ ਨੂੰ ਵਧੀਆ ਲੱਗਦਾ ਉੱਥੇ ਜਾਣਾ ਹੈ। ਉਹਨਾਂ ਨੂੰ ਇਹ ਨਹੀਂ ਦੇਖਣਾ ਕਿ ਪਰਮੇਸ਼ਰ ਸਾਨੂੰ ਆਸ਼ੀਸ਼ ਕਿੱਥੇ ਦੇ ਰਿਹਾ ਹੈ। ਉਹ ਸਿਰਫ ਦੂਜਿਆਂ ਦੀਆਂ ਆਸ਼ੀਸ਼ਾਂ ਨੂੰ ਦੇਖ ਕੇ ਜਾਣਗੇ। ਹਾਂ, ਦੂਜੇ ਦੇ ਲਈ ਉਹ ਚਰਚ ਹੋ ਸਕਦਾ ਆ, ਤੁਹਾਡੇ ਲਈ ਕਿਹੜਾ ਚਰਚ ਆ ਉੱਥੇ ਜਾਣਾ ਤੁਸੀਂ। ਹਾਲੇਲੂਇਆ। ਅਗਰ ਤੁਸੀਂ ਵੀ ਇਹੋ ਜਿਹੇ ਹੋ ਕਿ ਆਸ਼ੀਸ਼ ਇੱਥੋਂ ਲਈ ਆ, ਜਾ ਕਿਤੇ ਹੋ ਰਹੇ ਹੋ, ਫਿਰ ਦੁਬਾਰਾ ਆਸ਼ੀਸ਼ ਲੈਣ ਦੇ ਲਈ ਉੱਥੇ ਆ ਰਹੇ ਹੋ, ਤਾਂ ਪਰਮੇਸ਼ਰ ਤੁਹਾਨੂੰ ਇਹੀ ਸਿਗਨਲ ਦੇ ਰਿਹਾ ਕਿ ਤੁਸੀਂ ਇੱਕ ਜਗ੍ਹਾ ਟਿਕ ਜਾਓ। ਹਾਲੇਲੂਇਆ। परमेश्वर देखो, शैतान का काम है भटकाना, गुमराह करना, एक तो दूजी थां दूजी, ते परमेश्वर का काम है स्थिर करना, टिकाना। हालेलुया। वो सानू स्थिर करन दे लई, सानू दृढ़ करन दे लई, सानू मजबूत करन दे लई आया। हालेलुया। परमेश्वर ने तुहाडी जिंदगी दे विच एक आशीष रखी हुई है, इक्के बपतिस्मा आ, इक्के यीशु मसीह आ। हालेलुया। इक्के तौबा आ,
ਤੇ ਯਿਸੂ ਮਸੀਹ ਦੋ ਨਹੀਂ ਹੈਗੇ, ਤੇ ਪਰਮੇਸ਼ਰ ਨੇ ਤੁਹਾਡੇ ਲਈ ਸੇਵਕ ਵੀ ਇੱਕੇ ਠਹਿਰਾਇਆ ਹੋਇਆ ਤੇ ਤੁਹਾਡੇ ਲਈ ਚਰਚ ਵੀ ਇੱਕੇ ਠਹਿਰਾਇਆ ਹੋਇਆ। ਇੱਕ ਯਿਸੂ ਮਸੀਹ ਆ। ਹਾਲੇਲੂਇਆ। ਅੱਜ ਲੋਕਾਂ ਨੇ ਕੀ ਕਰ ਲਿਆ, 4-4 6-6 10-10 ਪਾਸਟਰ ਆਪਣੇ ਲਈ ਰੱਖੇ ਹੋਏ ਆ। ਇੱਕ ਦੇ ਕੋਲ ਨਹੀਂ, ਦੂਸਰੇ ਦੇ ਕੋਲ, ਦੂਸਰੇ ਦੇ ਕੋਲ ਨਹੀਂ, ਤੀਸਰੇ ਦੇ ਕੋਲ, ਤੀਸਰੇ ਦੇ ਕੋਲ ਨਹੀਂ। ਉਹ ਸਿਰਫ ਭਟਕ ਚੁੱਕੇ ਆ, ਗੁੰਮਰਾਹ ਹੋ ਚੁੱਕੇ ਆ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਆਸ਼ੀਸ਼ ਰਹਿ ਹੀ ਨਹੀਂ ਸਕਦੀ, ਠਹਿਰ ਨਹੀਂ ਸਕਦੀ। ਹਾਲੇਲੂਇਆ। ਜਿੰਨਾ ਮਰਜ਼ੀ ਉਹ ਸੇਵਕਾਂ ਦੇ ਦੁਆਰਾ ਆਪਣੇ ਸਿਰ ਉੱਤੇ ਹੱਥ ਰਖਾਈ ਜਾਣ, ਕੁਛ ਆਸ਼ੀਸ਼ ਨਹੀਂ ਮਿਲਣ ਵਾਲੀ ਜਦੋਂ ਤੱਕ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਨਹੀਂ, ਸਮਝਦੇ ਨਹੀਂ ਤੇ ਉਸ ਦੀ ਇੱਛਾ ਦੇ ਅਨੁਸਾਰ ਚੱਲਦੇ ਨਹੀਂ। ਅੱਜ ਇਹ ਮੇਰਾ ਪ੍ਰਸ਼ਨ ਹੈ ਤੁਹਾਡੇ ਦੇ ਲਈ ਕਿ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਰਹੇ ਹੋ, ਉਸ ਦੀ ਸਲਾਹ ਦੇ ਅਨੁਸਾਰ ਚੱਲ ਰਹੇ ਹੋ। ਜਿਸ ਤਰ੍ਹਾਂ ਦਾਊਦ ਨੇ ਪਰਮੇਸ਼ਰ ਦੇ ਨਾਲ ਸਲਾਹ ਕੀਤੀ, ਪ੍ਰਭੂ ਮੈਂ ਆਪਣੇ ਲੋਕਾਂ ਦੇ ਕੋਲ ਜਾਵਾਂ, ਅਮਲੇਕੀਆਂ ਦਾ ਪਿੱਛਾ ਕਰਾਂ ਜਾਂ ਨਾ ਕਰਾਂ। ਪਰਮੇਸ਼ਰ ਕਿਹਾ ਕਰ, ਤੂੰ ਨਿਸ਼ਚੈ ਉਹਨਾਂ ਨੂੰ ਛੁਡਾਏਗਾ। ਤੇ ਜਦੋਂ ਉਹ ਪਰਮੇਸ਼ਰ ਦੀ ਆਵਾਜ਼ ਦੇ ਅਨੁਸਾਰ ਗਿਆ ਤੇ ਪਰਮੇਸ਼ਰ ਨੇ ਉਹਦੀ ਮਦਦ ਕੀਤੀ, ਸਹਾਇਤਾ ਕੀਤੀ। ਹਾਲੇਲੂਇਆ। ਤੇ ਪਰਮੇਸ਼ਰ ਨੇ ਦਾਊਦ ਨੂੰ ਉਸਦੇ ਦੁਸ਼ਮਣਾਂ ਉੱਤੇ ਜਿੱਤ ਦਿੱਤੀ ਆ। ਹਾਲੇਲੂਇਆ। ਜਦੋਂ ਤੁਸੀਂ ਵੀ ਪਰਮੇਸ਼ਰ ਦੀ ਆਵਾਜ਼ ਦੇ ਅਨੁਸਾਰ ਚੱਲੋਗੇ, ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲੋਗੇ, ਪਰਮੇਸ਼ਰ ਨੇ ਸਾਨੂੰ ਗੁੱਡ ਕਾਉਂਸਲਰ ਦਿੱਤਾ ਹੈ, ਅੱਛਾ ਸਲਾਹਕਾਰ ਯਿਸੂ ਮਸੀਹ ਦਿੱਤਾ ਕਿ ਅਸੀਂ ਬੈਠ ਕੇ ਯਿਸੂ ਨਾਲ ਸਲਾਹ ਕੀਤੀ। ਹਾਲੇਲੂਇਆ। ਪਰਮੇਸ਼ਰ ਦੇ ਨਾਲ ਸਲਾਹ ਕਰੀਏ। ਜਦੋਂ ਅਸੀਂ ਪਰਮੇਸ਼ਰ ਦੇ ਨਾਲ ਸਲਾਹ ਕਰਾਂਗੇ ਤਾਂ ਪ੍ਰਭੂ ਦਾ ਵਚਨ ਕਹਿੰਦਾ ਆ, ਜਿਹੜੀ ਬਿਨਾਂ ਸਲਾਹ ਤੇ ਆ ਉਹ ਕੌਮਾਂ ਨਾਸ਼ ਹੋ ਜਾਂਦੀਆਂ ਆ। ਹਾਲੇਲੂਇਆ। ਜਦੋਂ ਸਲਾਹ, ਜਿੰਨੇ ਅਧਿਕ ਸਲਾਹਕਾਰ ਹੋਣਗੇ ਉਨੀ ਜਿੱਤ ਅਧਿਕ ਹੋਵੇਗੀ। ਹਾਲੇਲੂਇਆ। ਤੇ ਸਾਡਾ ਸਲਾਹਕਾਰ ਇੱਕ ਹੈ, ਸਿਰਫ ਯਿਸੂ ਮਸੀਹ। ਤੇ ਯਿਸੂ ਮਸੀਹ ਦੇ ਨਾਲ ਜਿੰਨੀ ਸਲਾਹ ਕਰਾਂਗੇ ਉਨੀ ਸਾਡੀ ਅਧਿਕ ਉન્નਤੀ ਹੋਏਗੀ, ਉਨੀ ਸਾਡੀ ਅਧਿਕ ਜਿੱਤ ਹੋਏਗੀ, ਉਨਾ ਵੱਧ ਕੇ ਅਸੀਂ ਜਿੱਤਾਂਗੇ। ਹਾਲੇਲੂਇਆ। ਸਿਰਫ ਇੱਕ ਸਾਨੂੰ ਪਰਮੇਸ਼ਰ ਨੇ, ਪਿਤਾ ਨੇ ਸਾਨੂੰ ਸਲਾਹ ਕਰ ਦਿੱਤਾ, ਯਿਸੂ ਮਸੀਹ ਗੁੱਡ ਕਾਉਂਸਲਰ, ਜਿਹੜੇ ਪੂਰੇ ਸੰਸਾਰ ਦੇ ਵਿੱਚੋਂ ਸ੍ਰੇਸ਼ਟ ਹੈ। ਇੱਕ ਇਹੋ ਜਿਹਾ ਨਾਮ ਜੋ ਸਭ ਨਾਮਾਂ ਤੋਂ ਉੱਚਾ ਆ, ਇੱਕ ਇਹੋ ਜਿਹਾ ਕਾਉਂਸਲਰ ਜੋ ਸਭ ਕਾਉਂਸਲਰਾਂ ਤੋਂ ਵੱਡਾ ਆ। ਲੋਕ ਆਪਣੀ ਫੈਮਲੀਆਂ ਦੀਆਂ ਸਲਾਹਾਂ ਲੈਣ ਦੇ ਲਈ ਸ਼ਹਿਰਾਂ ਦੇ ਵਿੱਚ ਕਾਉਂਸਲਰ ਹੁੰਦੇ ਆ, ਉਹਨਾਂ ਕਾਉਂਸਲਰਾਂ ਦੇ ਕੋਲ ਜਾਂਦੇ ਆ ਕਿ ਸਾਡੇ ਇਸ ਫੈਮਲੀ ਦੇ ਵਿੱਚ ਆਹ ਸਮੱਸਿਆ ਹੈ, ਸੁਲਝਾਉਣ ਦੇ ਲਈ। ਪਰਮੇਸ਼ਰ ਦੇ ਲੋਕ ਸੇਵਕਾਂ ਦੇ ਕੋਲ ਜਾਂਦੇ ਆ ਸਲਾਹ ਲੈਣ ਦੇ ਲਈ। ਤੁਸੀਂ ਕੀ ਪਰਮੇਸ਼ਰ ਤੋਂ ਸਲਾਹ ਲੈ ਰਹੇ ਹੋ? ਅਗਰ ਸਲਾਹ ਲੈ ਰਹੇ ਹੋ ਕਿ ਉਸ ਨੂੰ ਮੰਨ ਰਹੇ ਹੋ, ਇਹ ਸਵਾਲ ਹੈ। ਤੇ ਅਸੀਂ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲਣਾ ਆ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਇਸ ਬਚਨ ਤੇ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ।